ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਆਖਿਰਕਾਰ ਕੇਂਦਰ ਸਰਕਾਰ ਦੀ ਮਨਸ਼ਾ ਕੀ ਹੈ, ਇਸ ਉੱਤੇ ਸਵਾਲ ਉੱਠ ਰਹੇ ਨੇ। ਹਰਿਆਣਾ ਦੇ ਵਿੱਚ ਵੀ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ, ਬੈਰੀਕੇਡ ਤੇ ਉਸ ਤੋਂ ਇਲਾਵਾ ਜਿਹੜਾ ਤਾਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਸਭ ਨੂੰ ਲੈ ਕੇ ਸਵਾਲ ਉੱਠਦੇ ਨੇ। ਮੇਰੇ ਨਾਲ ਇਸ ਸਭ ਦੇ ਉੱਤੇ ਗੱਲਬਾਤ ਕਰਨ ਲਈ ਐਡਵੋਕੇਟ ਹਰਪਾਲ ਸਿੰਘ ਖਾਰਾ ਮੌਜੂਦ ਨੇ। ਤੁਸੀਂ ਉਹਨਾਂ ਨੂੰ ਸੁਣਿਆ ਕਿ ਹਰ ਮੁੱਦੇ ਤੇ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਨੇ। ਕਾਨੂੰਨੀ ਨੁਕਤਾ ਵੀ ਉਹਨਾਂ ਤੋਂ ਪੁੱਛਾਂਗੇ ਕਿ ਆਖਿਰਕਾਰ ਕਾਨੂੰਨ ਕੀ ਕਹਿੰਦਾ ਸਾਡੇ ਹੱਕਾਂ ਨੂੰ ਲੈ ਕੇ। ਖਾਰਾ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਜ ਚੈਨਲ ਪੰਜਾਬੀ ਤੇ। ਹਾਂਜੀ, ਥੈਂਕ ਯੂ ਜੀ। ਖਾਰਾ ਸਾਹਿਬ, ਮੈਨੂੰ ਦੱਸੋ ਕਿ ਕਾਨੂੰਨੀ ਨਜ਼ਰੀਆ ਕੀ ਕਹਿੰਦਾ ਇਸ ਉੱਤੇ ਕਿ ਕਿਸਾਨਾਂ ਨੂੰ ਰੋਕਣ ਲਈ ਕੰਡਿਆਲੀਆਂ ਤਾਰਾਂ ਲਗਾ ਦਿੱਤੀਆਂ ਜਾਂਦੀਆਂ ਨੇ, ਪੱਥਰ ਲਗਾ ਦਿੱਤੇ ਜਾਂਦੇ ਨੇ, ਬੈਰੀਕੇਡ ਲਗਾ ਦਿੱਤੇ ਜਾਂਦੇ ਨੇ, ਇੱਕ ਤੋਂ ਦੂਜੇ ਸੂਬੇ 'ਚ ਐਂਟਰ ਨਹੀਂ ਹੋਣ ਦਿੱਤਾ ਜਾਂਦਾ। ਦੇਖੋ, ਇਹ ਸਰਾਸਰ ਜੋ ਹੈ ਗਲਤ ਹੋ ਰਿਹਾ ਹੈ, ਕਿਉਂਕਿ ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਦੂਸਰੀ ਕੰਟਰੀ ਦੇ ਕੋਈ ਲੋਕ ਆ ਜਾਂ ਕਿ ਕਿਤੇ ਅਟੈਕ ਕਰ ਰਹੇ ਨੇ। ਆਪਦੀ ਕੰਟਰੀ ਦੇ ਅੰਦਰ ਕੋਈ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਅਗਰ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤਾਂ ਤੁਸੀਂ ਉਹਨੂੰ ਇਲੀਗਲ ਨਹੀਂ ਕਹਿ ਸਕਦੇ। ਹੈਲੋ ਜੀ। ਹਾਂ, ਸੋ ਤੁਸੀਂ ਰਸਤੇ 'ਚ ਕਿਸਾਨ ਜਾ ਰਹੇ ਨੇ, ਤੁਸੀਂ 15-15 ਫੁੱਟ ਡੂੰਘੇ ਟੋਏ ਪੱਟ ਰਹੇ ਹੋ, ਅੱਗੇ ਮਿੱਟੀ ਪਾ ਰਹੇ ਹੋ, ਜੋ ਸਰਾਸਰ ਗਲਤ ਹੈ। ਸੋ ਇਹ ਨਹੀਂ ਹੋਣਾ ਚਾਹੀਦਾ ਮੇਰੇ ਦੇਖਣ। ਸਗੋਂ ਇਸ ਦੇ ਜਿਹੜੇ ਜੇ ਅਸੀਂ ਕਹੀਏ ਤੇ ਅਫੈਂਸ ਹੈ ਜਿਹੜਾ ਅਗੇਂਸਟ ਜਿਹੜਾ ਗਵਰਨਮੈਂਟ ਹੈ, ਉਹਨਾਂ ਅਫੈਂਸ ਜਿਹੜਾ ਗਵਰਨਮੈਂਟ ਕ੍ਰੀਏਟ ਕਰ ਰਹੀ ਹੈ ਇਸ ਤਰ੍ਹਾਂ ਕਰਕੇ ਸਾਰਾ। ਜੀ ਖਾਰਾ ਸਾਹਿਬ, ਇਸ ਤਰ੍ਹਾਂ ਕੰਡਿਆਲੀਆਂ ਤਾਰਾਂ ਲਗਾਉਣਾ ਕਈ ਸੂਬਿਆਂ ਦੇ ਵਿੱਚ ਕੰਡਿਆਲੀ ਤਾਰ ਜਿਹੜੀ ਉਹ ਬੈਨ ਹੈ, ਕਿਉਂਕਿ ਇਹਦੇ ਨਾਲ ਕਹਿੰਦੇ ਜਾਨਵਰ ਮਰ ਜਾਂਦੇ ਨੇ। ਤੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਖਿਲਾਫ ਜਿਹੜਾ ਇਸ ਤਾਰ ਨੂੰ ਇਸਤੇਮਾਲ ਕਰਨਾ ਜਾਂ ਹਰਿਆਣਾ ਦੇ ਵਿੱਚ ਇਸਤੇਮਾਲ ਕਰਨਾ ਬਾਰਡਰਾਂ ਦੇ ਉੱਤੇ, ਇਹਨੂੰ ਕਿੱਦਾਂ ਦੇਖਦੇ ਹੋ? ਕਾਨੂੰਨ ਕੀ ਕਹਿੰਦਾ ਇਸ ਨੂੰ ਲੈ ਕੇ? ਸਾਰ ਕਾਨੂੰਨ ਜਿਹੜਾ ਹੈ ਜੇ ਦੇਖਿਆ ਜਾਵੇ ਤਾਂ ਉਹ ਬਿਲਕੁਲ ਅਗੇਂਸਟ ਹੈ ਇਸ ਚੀਜ਼ ਦੇ। ਤੁਸੀਂ ਕਿਸੇ ਬੰਦੇ ਨੂੰ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਕੋਈ ਬੰਦਾ ਪ੍ਰੋਟੈਸਟ ਕਰ ਰਿਹਾ ਹੈ ਤਾਂ ਤੁਸੀਂ ਉਸ ਨੂੰ ਗਲਤ ਢੰਗ ਦੇ ਨਾਲ ਰੋਕਦੇ ਹੋ। ਉਹਨੂੰ ਤੁਸੀਂ ਜਾਣ ਬੁੱਝ ਕੇ ਜਿਹੜਾ ਵਾਇਲੈਂਸ ਕ੍ਰੀਏਟ ਕਰ ਰਹੀ ਆ ਉਹ ਗਵਰਨਮੈਂਟ ਕਰ ਰਹੀ ਹੈ, ਕਿਸਾਨ ਨਹੀਂ ਕਰ ਰਹੇ। ਦੇਖੋ, ਪਿਛਲੇ 1.5-2 ਮਹੀਨਿਆਂ ਤੋਂ ਕਿਸਾਨ ਬੈਠੇ ਹੋਏ ਨੇ, ਕਿਸੇ ਨੇ ਕੋਈ ਵਾਇਲੈਂਸ ਨਹੀਂ ਕੀਤਾ। ਇਹ ਪਹਿਲੀ ਐਜੀਟੇਸ਼ਨ ਹੈ ਜਿਹੜੀ ਬੜੀ ਵਧੀਆ ਚੱਲ ਰਹੀ ਤੇ ਵਿਦਆਊਟ ਵਾਇਲੈਂਸ ਚੱਲ ਰਹੀ ਹੈ। ਮੈਂ ਕਹੂੰਗਾ ਸਰਕਾਰ ਚਾਹੁੰਦੀ ਹੈ ਵਾਇਲੈਂਸ ਹੋਵੇ, ਸਰਕਾਰ ਚਾਹੁੰਦੀ ਹੈ ਕਿ ਇਸ ਤਰ੍ਹਾਂ ਦਾ ਕੰਮ ਹੋਵੇ ਤੇ ਅਸੀਂ ਗੋਲੀ ਚਲਾਉਣ ਵਾਲੇ ਬਣੀਏ, ਹੋਰ ਕੋਈ ਗੱਲ ਨਹੀਂ ਇਸ ਦੇ ਵਿੱਚ। ਜੀ ਬਿਲਕੁਲ। ਸਰਕਾਰਾਂ ਦੀ ਮਨਸ਼ਾ ਤੁਹਾਨੂੰ ਕੀ ਲੱਗਦੀ ਹੈ? ਕੇਂਦਰ ਸਰਕਾਰ ਦੀ ਮਨਸ਼ਾ ਜੇ ਆਪਾਂ ਖਾਸ ਕਰ ਦੇਖੀਏ, ਪੰਜਾਬ ਸਰਕਾਰ ਨੇ ਤਾਂ ਖੁੱਲ੍ਹ ਦੇ ਦਿੱਤੀ ਕਿ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਜਿੱਥੇ ਮਰਜ਼ੀ ਜਾ ਸਕਦੇ ਨੇ, ਆਪਣੇ ਹੱਕਾਂ ਨੂੰ ਲੈ ਕੇ ਭਾਵੇਂ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨ। ਕੇਂਦਰ ਦੀ ਮਨਸ਼ਾ ਨੂੰ ਕਿੱਦਾਂ ਦੇਖਦੇ ਹੋ ਕਿ ਰੋਕਿਆ ਜਾਂਦਾ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ, ਦਿੱਲੀ ਐਂਟਰ ਨਹੀਂ ਹੋਣ ਦਿੱਤਾ ਜਾਂਦਾ, ਜੇ ਐਂਟਰ ਹੋ ਗਏ ਤਾਂ ਉੱਥੇ ਵੀ ਕੋਈ ਨਾ ਕੋਈ ਕਿਹਾ ਜਾਂਦਾ ਹੈ ਕਿ ਹੋ ਸਕਦਾ ਕੋਈ ਨਾ ਕੋਈ ਚਾਲ ਖੇਡੀ ਜਾ ਸਕਦੀ ਹੈ? ਸਰ, ਇਸ ਬਾਰੇ ਜਿਹੜਾ ਹੈ ਅਸੀਂ ਇਹ ਹਿਸਟਰੀ ਦੱਸਦੀ ਹੁੰਦੀ ਹੈ ਕਿ ਸਾਡੇ ਨਾਲ ਜਿਹੜਾ ਪੁਰਾਣਾ ਟਾਈਮ ਸੀ ਉਸ ਵਕਤ ਕਿਹੜੀ ਸਾਜ਼ਿਸ਼ ਹੋ ਰਹੀ ਸੀ। ਜਿਵੇਂ ਸਾਨੂੰ 1984 ਦੇ ਬਾਰੇ ਸਾਨੂੰ 20-25 ਸਾਲ ਦੇ ਬਾਅਦ ਪਤਾ ਲੱਗਿਆ ਕਿ ਉਹਦੀ ਪਲੈਨਿੰਗ 1981 ਚ ਹੀ ਹੋ ਚੁੱਕੀ ਸੀ। ਸਾਨੂੰ ਇਹ ਨਹੀਂ ਸੀ ਪਤਾ ਲੱਗਿਆ ਕਿ 1984 ਚ ਕਿਉਂ ਵਾਪਰਿਆ ਹੈ। ਸੋ ਮੇਰੀ ਰਿਕੁਐਸਟ ਹੈ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਸਾਨੂੰ ਕੁਝ ਸਮੇਂ ਦੇ ਬਾਅਦ ਪਤਾ ਲੱਗੂਗਾ ਕਿ ਇਹ ਸਰਕਾਰ ਹੈ ਜਿਹੜੀ ਇਹ ਕਿਉਂ ਇਸ ਤਰ੍ਹਾਂ ਕਰ ਰਹੀ ਹੈ, ਇਸ ਦੇ ਮਗਰ ਕੀ ਸਾਜ਼ਿਸ਼ ਹੈ। ਕਿਤੇ ਇਹ ਤਾਂ ਨਹੀਂ ਕਿ ਸਾਨੂੰ ਪਰਖਿਆ ਜਾ ਰਿਹਾ ਕਿ 200 ਸਾਲ ਦੇ ਬਾਅਦ ਕੀ ਇਹਨਾਂ ਦੇ ਵਿੱਚ ਉਹ ਚਿੰਨ੍ਹ ਹੈ ਜਾਂ ਨਹੀਂ ਹੈ। ਕਿਤੇ ਇਹ ਤਾਂ ਨਹੀਂ ਕਿ 2020 ਨੂੰ ਜਿਹੜਾ ਕਾਫੀ ਡਰੀ ਹੋਈ ਸੀ ਸਰਕਾਰ, ਉਸ ਨੂੰ ਪਾਸੇ ਕਰਨ ਲਈ ਸਾਰਾ ਕੁਝ ਕਰ ਰਹੇ ਨੇ। ਇਹ ਸਾਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਦੀ ਇਸ ਵਿੱਚ ਸਾਜ਼ਿਸ਼ ਕੀ ਹੈ। ਦੇਖੋ, ਤੁਸੀਂ ਐਡੀ ਵੱਡੀ ਕੋਈ ਮੰਗ ਨਹੀਂ ਕਿਸਾਨਾਂ ਦੀ। ਕਿਸਾਨਾਂ ਦੀ ਮੰਗ ਕੋਈ ਦੇਸ਼ ਵਿਰੋਧੀ ਨਹੀਂ, ਬੜੀ ਵਾਜਬ ਜੀ ਮੰਗ ਹੈ ਜਿਹੜੀ ਮੈਨੂੰ ਲੱਗਦਾ ਵੀ ਦਸੰਬਰ ਤੱਕ ਸ਼ਾਇਦ ਸਰਕਾਰ ਮੰਨੇਗੀ ਵੀ। 2 ਗੱਲਾਂ ਵਿੱਚ ਲਿਖਣੀਆਂ ਨੇ, ਉਹ ਵੀ ਲਿਖ ਦੇਣਗੇ। ਪਰ 3-4 ਮਹੀਨੇ ਲਮਕਾਉਣ ਦੀ, ਦਿੱਲੀ ਜਾਣ ਦੀ, ਰਸਤੇ ਦੇ ਵਿੱਚ ਵਾਇਲੈਂਸ ਕ੍ਰੀਏਟ ਕਰਨ ਦੀ, ਇਸ ਮਗਰ ਸਾਜ਼ਿਸ਼ ਕੀ ਹੈ? ਕਿਤੇ ਇਹ ਤਾਂ ਨਹੀਂ ਸਾਡਾ ਧਿਆਨ ਕਿਤੇ ਹੋਰ ਲਾਇਆ ਜਾ ਰਿਹਾ, ਸਾਨੂੰ ਪੰਜਾਬ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੋਵੇ। ਇਸ ਬਾਰੇ ਜਿਹੜਾ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਜੀ ਖਾਰਾ ਸਾਹਿਬ, ਕਾਨੂੰਨੀ ਹੱਕ ਕੀ ਕਹਿੰਦੇ ਨੇ? ਜਦੋਂ ਤੁਸੀਂ ਕਿਤੇ ਜਾ ਕੇ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਕਿੰਨਾ ਕੁ ਲੰਮਾ ਹੋ ਸਕਦਾ ਹੈ, ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਉਹਦੇ ਬਾਰੇ ਥੋੜਾ ਡਿਟੇਲ ਵਿੱਚ ਦੱਸੋ ਤਾਂ ਕਿ ਕਿਸਾਨਾਂ ਨੂੰ ਪਤਾ ਲੱਗ ਸਕੇ। ਹਾਲਾਂਕਿ ਹੁਣ ਤੱਕ ਤਾਂ ਸ਼ਾਂਤਮਈ ਪ੍ਰਦਰਸ਼ਨ ਰਿਹਾ। ਤੁਸੀਂ ਪ੍ਰੋਟੈਸਟ ਕਰਨਾ ਹੈ, ਤੁਸੀਂ ਕਰ ਸਕਦੇ ਹੋ, ਸਾਡੇ ਸੰਵਿਧਾਨਕ ਸਾਡਾ ਹੱਕ ਹੈ, ਅਸੀਂ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਦੀ ਚੀਜ਼ ਮਨਾ ਸਕਦੇ। ਪਰ ਗਵਰਨਮੈਂਟ ਚਾਹੁੰਦੀ ਨਹੀਂ, ਗਵਰਨਮੈਂਟ ਚਾਹੁੰਦੀ ਹੈ ਵਾਇਲੈਂਸ ਹੋਵੇ। ਮੇਰੇ ਦੇਖਣ ਦੇ ਵਿੱਚ ਕਿਸਾਨ ਬਿਲਕੁਲ ਸਹੀ ਕਰ ਰਹੇ ਨੇ। ਦੇਖੋ, ਤੁਸੀਂ ਫਸਟ ਟਾਈਮ ਤੇ ਇੰਡੀਆ ਦੇ ਵਿੱਚ ਹੋਇਆ ਹੋਊਗਾ, ਦੁਨੀਆ ਦੇ ਵਿੱਚ, ਕਿ ਇੱਕ ਬੰਦੇ ਪ੍ਰੋਟੈਸਟ ਕਰਨ ਜਾ ਰਹੇ ਨੇ ਤੇ ਉਹਨਾਂ ਨਾਲ ਜਿਹੜਾ ਹੋ ਰਿਹਾ ਹੈ
ਜਿਵੇਂ ਕਿਸੇ ਮੁਗਲਾਂ ਦੇ ਟਾਈਮ ਜਾਂ ਅੰਗਰੇਜ਼ਾਂ ਦੇ ਟਾਈਮ ਤੇ ਹੁੰਦਾ ਸੀ, ਉਹ ਅੱਜ ਪੰਜਾਬ ਦੇ ਕਿਸਾਨਾਂ ਨਾਲ ਜਾਂ ਹਰਿਆਣੇ ਦੇ ਕਿਸਾਨਾਂ ਨਾਲ ਹੋ ਰਿਹਾ ਹੈ, ਜੋ ਬੜਾ ਗਲਤ ਹੋ ਰਿਹਾ ਹੈ। ਮੈਂ ਤੁਹਾਨੂੰ ਅੱਗੇ ਵੀ ਕਿਹਾ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ 2020 ਦੇ ਵਿੱਚ ਇਹ ਕੀ ਸਾਜ਼ਿਸ਼ ਸੀ, ਕਿ ਸਾਨੂੰ ਪਾਸੇ ਲਾਇਆ ਜਾ ਰਿਹਾ ਹੈ, ਕੋਈ ਗੱਲ ਤੋਂ ਸਾਡਾ ਧਿਆਨ ਪਾਸੇ ਕਰ ਰਹੇ ਨੇ, ਜਾਂ ਇਹ ਕੀ ਸਾਜ਼ਿਸ਼ ਹੈ। ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਆਪਾਂ ਨੂੰ, ਜਿਵੇਂ 1984 ਬਾਰੇ ਸਾਨੂੰ ਬਾਅਦ 'ਚ ਪਤਾ ਲੱਗਿਆ। ਬਿਲਕੁਲ ਬਿਲਕੁਲ। ਇੱਕ ਇਹ ਦੱਸੋ ਕਿ ਜਦੋਂ ਅਸੀਂ ਪੰਜਾਬ ਤੋਂ ਜਾਂ ਕਿਸੇ ਵੀ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਣਾ ਹੁੰਦਾ ਹੈ, ਜਿਵੇਂ ਲਾ ਲਓ ਕਿ ਦਿੱਲੀ ਤੱਕ ਜਾਣਾ, ਕਿਸਾਨਾਂ ਨੇ ਹਰਿਆਣਾ ਦੇ ਵਿੱਚ ਰੋਕਿਆ ਗਿਆ, ਕੀ ਇਹੋ ਜਿਹਾ ਕੋਈ ਕਾਨੂੰਨ ਹੈ ਕਿ ਰੋਕਣਾ, ਜਿਹੜਾ ਹਾਈਵੇ ਦੇ ਉੱਤੇ ਰੋਕ ਦੇਣਾ, ਉਹਨਾਂ ਨੂੰ ਜਾਣ ਨਾ ਦੇਣਾ ਆਪਣੀਆਂ ਮੰਗਾਂ ਨੂੰ ਲੈ ਕੇ, ਕੀ ਇਹਦੇ ਖਿਲਾਫ ਕੋਈ ਅਪੀਲ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਸਕਦੀ ਹੈ? ਗੱਲ ਇਸ ਤਰ੍ਹਾਂ ਹੈ ਜੀ, ਜਾਂ ਤੱਕ ਕਿਸੇ ਸਟੇਟ ਨੂੰ ਖਤਰਾ ਹੋਵੇ ਜਾਂ ਕਿਸੇ ਕੰਟਰੀ ਨੂੰ ਖਤਰਾ ਕਿ ਭਾਈ ਉਹ ਤਾਂ ਵਾਇਲੈਂਸ ਕਰਨਗੇ, ਉਹਨਾਂ ਕੋਲ ਵੈਪਨ ਹੈ, ਉਹ ਤਾਂ ਬੜੇ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਨੇ, ਉਹਨਾਂ ਨੂੰ ਰੋਕਣਾ ਜਿਹੜਾ ਅਗੇਂਸਟ ਲਾ ਹੈ, ਸੰਵਿਧਾਨ ਦੇ ਅਗੇਂਸਟ ਹੈ। ਮੈਂ ਇਹ ਕਹੂੰਗਾ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਦੀ ਇਹ ਬਹੁਤ ਬਲੰਡਰ ਮਿਸਟੇਕ ਹੈ। ਇਹ ਜਾਣਬੁੱਝ ਕੇ ਹੋ ਰਿਹਾ ਹੈ, ਇਹ ਨਹੀਂ ਇਹਨਾਂ ਨੂੰ ਪਤਾ ਨਹੀਂ, ਇਹ ਜਾਣਬੁੱਝ ਕੇ ਕਰ ਰਿਹਾ ਸਾਰਾ ਕੁਝ। ਕੀ ਇਹਦੇ ਖਿਲਾਫ ਕੋਈ ਅਪੀਲ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਕਿਸਾਨ ਜਥੇਬੰਦੀਆਂ ਪਾ ਸਕਦੀਆਂ ਕਿ ਇਸ ਤਰ੍ਹਾਂ ਉਹਨਾਂ ਨੂੰ ਰੋਕਿਆ ਗਿਆ? ਨਹੀਂ ਸਰ, ਇਹ ਪ੍ਰੈਜ਼ੀਡੈਂਟ ਦੇਖੋ ਅਜੇ ਤਾਂ ਉਹ ਅੱਜ ਉੱਥੇ ਪਹੁੰਚੇ ਨੇ, ਇਹ ਤਾਂ ਬਾਅਦ ਦੀਆਂ ਗੱਲਾਂ ਨੇ ਜੀ। ਜੇ ਆਪਾਂ ਐਜ਼ ਪਰ ਲਾ ਦੇਖੀਏ ਤਾਂ ਰੌਂਗਫੁਲ ਰਿਸਟ੍ਰੇਨ ਆਪਾਂ ਕਿਸੇ ਨੂੰ ਕਰ ਹੀ ਨਹੀਂ ਸਕਦੇ, ਕਿਸੇ ਨੂੰ ਰੋਕ ਹੀ ਨਹੀਂ ਸਕਦੇ। ਪਰ ਕਾਰਨ ਕੀ ਹੈ, ਜੇ ਅਗਰ ਕੋਈ ਲਾ ਦਾ ਕੋਈ ਐਕਸ਼ਨ ਹੋਊਗਾ ਜਾਂ ਕੋਈ ਅਸੀਂ ਪਰਚਾ ਦਰਜ ਕਰਾਉਣੇ ਆ ਤਾਂ ਮੁੜ ਕੁੜ ਕੇ ਆਉਣਾ ਤਾਂ ਸਟੇਟ ਦੇ ਅੰਡਰ ਹੀ ਹੈ, ਤਾਂ ਸਰਕਾਰ ਹੀ ਸਾਡੇ ਅਗੇਂਸਟ ਆ, ਸਾਡੀ ਸੁਣ। ਮੈਂ ਤੁਹਾਨੂੰ ਇਹੀ ਗੱਲ ਕਹੀ ਜਾਣਾ, ਜਿਹੜਾ ਮੈਨੂੰ ਲੱਗਦਾ ਹੈ ਇਹ ਗਵਰਨਮੈਂਟ ਸਾਜ਼ਿਸ਼ ਦਾ ਜਿਹੜਾ ਪੜਦਾ 2-4 ਸਾਲ ਦੇ ਬਾਅਦ ਹੀ ਪਤਾ ਲੱਗੂਗਾ ਕਿ 2020 ਚ ਕਿਉਂ ਕੀਤਾ ਸੀ ਤੇ ਕਿਸ ਨੇ ਕਰਾਇਆ ਸੀ ਜੀ। ਇਸ ਤੋਂ ਇਲਾਵਾ ਤੁਸੀਂ ਕੀ ਮੰਨਦੇ ਹੋ ਕਿ ਖੇਤੀ ਕਾਨੂੰਨ ਜਿਹੜੇ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਸਮਝ ਨਹੀਂ ਇਹਦੇ ਬਾਰੇ ਆ ਰਹੀ, ਤੁਸੀਂ ਇਹਦੇ ਬਾਰੇ ਪੜ੍ਹਿਆ ਹੋਣਾ ਖੇਤੀ ਕਾਨੂੰਨਾਂ ਬਾਰੇ, ਕਿਸਾਨਾਂ ਨੂੰ ਤੁਸੀਂ ਆਪਣੇ ਸ਼ਬਦਾਂ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਆਖਿਰਕਾਰ ਖੇਤੀ ਕਾਨੂੰਨਾਂ ਦੇ ਵਿੱਚ ਕੀ ਕੁਝ ਹੈ ਜਿਸ ਤੋਂ ਕਿਸਾਨ ਡਰ ਰਹੇ ਨੇ ਤੇ ਬੀਜੇਪੀ ਸਰਕਾਰ ਇਹ ਸਮਝਣ ਨੂੰ ਤਿਆਰ ਨਹੀਂ। ਦੇਖੋ, ਸਭ ਤੋਂ ਵੱਡੀ ਤਾਂ ਇਹਨਾਂ ਦੀ ਗਲਤੀ ਹੈ ਵਿੱਚੋਂ ਸਿਵਲ ਕੋਰਟ ਨੂੰ ਵਿੱਚੋਂ ਖਤਮ ਕਰਨਾ ਤੇ ਐਸਡੀਐਮ ਕੋਰਟ ਨੂੰ ਪਾਵਰਾਂ ਦੇਣੀਆਂ। ਤੁਸੀਂ ਇਹ ਦੇਖੋ, ਅੱਜ ਤੀਕਰ ਐਗਜ਼ੈਕਟਿਵ ਐਸਾ ਹੋਇਆ ਪੋਲੀਟਿਸ਼ੀਅਨ, ਤੁਸੀਂ ਇੱਕ ਐਗਜ਼ੈਕਟਿਵ ਦਾ ਫੈਸਲਾ ਕਿਸੇ ਅਮੀਰ ਫਰਮ ਦੇ ਅਗੇਂਸਟ ਉਹ ਨਹੀਂ ਹੋਣਾ। ਸਿਵਲ ਕੋਰਟ ਨੂੰ ਵਿੱਚੋਂ ਕੱਢਣਾ, ਉਹਦਾ ਮਤਲਬ ਸਿੱਧਾ ਹੋ ਗਿਆ ਕਿ ਧੱਕਾ ਅਸੀਂ ਕਰਨਾ ਹੈ, ਆਪਦੀ ਮਨਮਰਜ਼ੀ ਕਰਨੀ ਹੈ। ਸੋ ਇਹਨਾਂ ਦੇ ਜਿਹੜਾ ਤੁਸੀਂ ਐਕਟ ਪੜੋਗੇ, ਐਮਐਸਪੀ ਬਾਰੇ ਪੜੋਗੇ, ਤਾਂ ਉਹਦਾ ਰਿਜ਼ਲਟ ਇਹੀ ਨਿਕਲੂਗਾ ਐਂਡ ਤੇ ਆ ਕੇ ਕਿ ਛੋਟੇ ਕਿਸਾਨ ਤਾਂ ਬਿਲਕੁਲ ਖਤਮ ਹੋ ਜਾਣਗੇ ਇਸ ਦੇ ਵਿੱਚੋਂ। ਸੋ ਜੋ ਇਹਨਾਂ ਦਾ ਹੈਗੀ ਅਮੈਂਡਮੈਂਟ ਉਹ ਕਰਨ ਵਾਲੀ ਬਣਦੀ ਹੈ, ਅਮੈਂਡਮੈਂਟ ਕਰਨੀ ਚਾਹੀਦੀ। ਵਿਦਆਊਟ ਅਮੈਂਡਮੈਂਟ ਦਾ ਫਾਇਦਾ ਹੀ ਕੋਈ ਨਹੀਂ, ਉਹਦਾ ਅਗੇਂਸਟ ਕਿਸਾਨ ਆ ਉਹ ਤਾਂ ਸਾਰਾ। ਖਾਰਾ ਸਾਹਿਬ, ਐਮਐਸਪੀ ਤੇ ਕਾਨੂੰਨ ਬਣ ਸਕਦਾ ਉੱਥੇ ਪਾਰਲੀਮੈਂਟ ਦੀ ਇੱਕ ਪਹਿਲਾਂ ਵੀ ਚੱਲਦਾ ਹੀ ਹੈ, ਜੇ ਕਣਕ ਦੇ ਜਾਂ ਝੋਨੇ ਦੇ ਲੱਗੂਗਾ ਤੇ ਪਹਿਲਾਂ ਲੱਗ ਹੀ ਰਿਹਾ। ਜੇ ਤੁਸੀਂ ਉਹ 'ਚ ਇੱਕ ਲਾਈਨ ਪਾ ਦਿੰਦੇ ਹੋ ਕਿ ਇਦੋਂ ਘੱਟ ਰੇਟ ਤੇ ਫਸਲ ਵਿਕਣੀ ਨਹੀਂ, ਤੇ ਲਾਗੂ ਤਾਂ ਹੋਊਗਾ ਕਿ ਸਿਵਲ ਕੋਰਟ ਨੂੰ ਤੁਸੀਂ ਪਾਵਰਾਂ ਦੇ ਦਿਓ। ਮੇਨ ਤਾਂ ਸਾਡੀਆਂ ਦੋ ਚੀਜ਼ਾਂ ਨੇ ਨਾ ਜੀ, ਉਹ ਤਾਂ ਸਾਡੇ ਨਾਲ ਅੱਗੇ ਵੀ ਧੱਕਾ ਤਾਂ ਹੋ ਹੀ ਰਿਹਾ, ਪੰਜਾਬ 'ਚ ਅੱਗੇ ਵੀ ਕਿਸਾਨਾਂ ਨਾਲ ਧੱਕਾ ਤੱਗੀ ਹੋਈ ਜਾਂਦਾ, ਪਰ ਦੋ ਚੀਜ਼ਾਂ ਤੇ ਸਾਡਾ ਐਮਐਸਪੀ ਸਹੀ ਚੱਲ ਰਿਹਾ ਸੀ ਨਾ ਇਸ ਤੇ ਜੀ। ਬਿਲਕੁਲ। ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਕਿ ਕੇਂਦਰ ਪੰਜਾਬ ਨੂੰ ਨਿਸ਼ਾਨਾ ਕਿਉਂ ਬਣਾ ਰਿਹਾ? ਸਿਰਫ ਪੰਜਾਬ ਦੇ ਵਿੱਚੋਂ, ਹਾਲਾਂਕਿ ਬਾਕੀ ਸੂਬਿਆਂ ਦੇ ਵਿੱਚੋਂ ਵੀ ਕਿਸਾਨ ਨਿਕਲ ਕੇ ਬਾਹਰ ਆ ਰਹੇ ਨੇ, ਪਰ ਜਿਹੜਾ ਅਸਰ ਪੰਜਾਬ ਤੇ ਵੱਧ ਪੈਂਦਾ ਨਜ਼ਰ ਆ ਰਿਹਾ ਹੈ, ਪੰਜਾਬ ਦੀ ਆਰਥਿਕ ਤਾਲਾਬੰਦੀ ਜਿਹੜੀ ਕੀਤੀ ਗਈ, ਪੰਜਾਬ ਨੂੰ ਹਰ ਪਾਸਿਓਂ ਜਦੋਂ ਮਾਰ ਝੱਲਣੀ ਪੈ ਰਹੀ ਹੈ, ਅੱਗੇ ਹੋਰ ਪਤਾ ਨਹੀਂ ਕਿੰਨਾ ਕੁ ਟਾਈਮ ਝੱਲਣੀ ਪੈਂਦੀ ਹੈ, ਇਹ ਕੇਂਦਰ ਪੰਜਾਬ ਨੂੰ ਕਿਉਂ ਨਿਸ਼ਾਨੇ ਤੇ ਰੱਖਦਾ? ਦੇਖੋ, ਸ਼ੁਰੂ ਤੋਂ ਲੈ ਕੇ ਜੇ ਆਪਾਂ ਸਨ 47 ਤੋਂ ਬਾਅਦ ਦੇਖੀਏ ਤਾਂ ਅੱਜ ਤੱਕ ਕਿਤੇ ਵੀ ਜਦੋਂ ਵੀ ਸੈਂਟਰ ਸਰਕਾਰ ਨੇ ਅੱਜ ਤੱਕ ਪੰਜਾਬ ਨੂੰ ਪਸੰਦ ਨਹੀਂ ਕੀਤਾ। ਜੇ ਪਹਿਲਾ ਸੂਬਾ ਸੀ 1966 ਦੇ ਵਿੱਚ, ਜਦੋਂ ਪੰਜਾਬੀ ਸੂਬਾ ਬਣਦਾ ਹੈ ਤਾਂ ਉਸ ਵਕਤ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ, ਬੰਦੇ ਮਾਰੇ ਗਏ। ਇਹ ਪਹਿਲਾ ਸੂਬਾ ਐਸਾ ਬਣਿਆ ਹੈ ਜਿਹਨੂੰ ਬਣਾਉਣ ਲੱਗਿਆਂ ਵੀ ਬੜੀ ਪ੍ਰੋਬਲਮ ਆਈ। ਉਸ ਤੋਂ ਬਾਅਦ ਅਸੀਂ 1975 ਦੀ ਐਮਰਜੈਂਸੀ ਤੇ ਆ ਜਾਂਦੇ ਆ, ਤਾਂ ਇੱਥੇ ਪ੍ਰੋਬਲਮ ਕ੍ਰੀਏਟ ਹੋਈ ਕਿ ਇੱਥੇ ਤੋਂ ਲੋਕਾਂ ਨੇ ਹੈਲਪ ਕੀਤੀ ਤੇ ਐਮਰਜੈਂਸੀ ਦੇ ਅਗੇਂਸਟ ਗਏ। 1978 ਤੋਂ ਲੈ ਕੇ 1984 ਚ ਆ ਜਾਂਦੇ ਆ, ਫਿਰ ਵੀ ਸੈਂਟਰ ਸਰਕਾਰ ਜਿਹੜੀ ਗਵਰਨਮੈਂਟ ਉਦੋਂ ਸਾਡੇ ਨਾਲ ਧੱਕਾ ਕੀਤਾ। ਸੋ ਮੇਰੇ ਦੇਖਣ ਦੇ ਵਿੱਚ ਸਾਰੀਆਂ ਅਜੇ ਤੱਕ 1947 ਤੋਂ ਬਾਅਦ ਪੰਜਾਬੀ ਸੂਬੇ ਦੇ ਨਾਲ ਹਮੇਸ਼ਾ ਹੀ ਕੇਂਦਰ ਨੇ ਵਿਤਕਰਾ ਕੀਤਾ ਹੈ, ਤੇ ਹੁਣ ਵੀ ਉਹਨਾਂ ਨੂੰ ਇਹ ਜ਼ਿਆਦਾ ਕੋਈ ਪੰਜਾਬੀ ਸੂਬਾ ਚੰਗਾ ਨਹੀਂ ਲੱਗ ਰਿਹਾ ਗਵਰਨਮੈਂਟ ਨੂੰ ਇਸ ਨੂੰ। ਸੋ ਮੈਂ ਦੇਖਿਆ ਹੈ ਕਿ ਇਸ ਵਕਤ ਸਰਕਾਰ ਨੇ ਇਹ ਦੇਖਿਆ ਹੈ ਕਿ ਪੰਜਾਬ 'ਚ ਅੱਜ ਵੀ ਉਹਨਾਂ ਜੋਸ਼ ਹੈ ਜਿਨ੍ਹਾਂ ਨੂੰ ਮਾੜੇ ਲੋਕ ਕਹਿੰਦੇ ਸੀ 200 ਸਾਲ ਪਹਿਲੋਂ ਵਾਲਾ ਜੋਸ਼ ਅੱਜ ਵੀ ਪੰਜਾਬ ਦੇ ਅੰਦਰ ਹੈ। ਕਿਤੇ ਇਹ ਤਾਂ ਨਹੀਂ ਇਹਨੂੰ ਚੈੱਕ ਕੀਤਾ ਜਾ ਰਿਹਾ ਜਾਂ ਸਾਡੇ ਲਈ ਕੋਈ ਹੋਰ ਮੁਸੀਬਤ ਖੜੀ ਕਰਨੀ ਹੈ ਜਾਂ ਕੋਈ ਟਾਈਮ ਪਾਸ ਕਰ ਰਹੇ ਨੇ। ਇਹਦਾ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕਿ ਸਾਡੇ ਨਾਲ ਕਿਹੜੇ ਲੀਡਰ ਨੇ ਸਾਡੇ ਨਾਲ ਕੀ ਕੀਤਾ ਹੈ ਤੇ ਕਿੰਨੇ ਹੈਲਪ ਕੀਤੀ ਤੇ ਕਿੰਨੇ ਗਦਾਰੀ ਕੀਤੀ ਹੈ।
ਜੀ ਜੀ ਬਿਲਕੁਲ। ਖਾਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਥੈਂਕ ਯੂ ਸਰ, ਥੈਂਕ ਯੂ ਜੀ। ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਐਡਵੋਕੇਟ ਹਰਪਾਲ ਸਿੰਘ ਖਾਰਾ, ਜਿਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਕੁਝ ਕਿਸਾਨ ਜਥੇਬੰਦੀਆਂ ਦਾ ਦਿੱਲੀ ਅੰਦੋਲਨ ਨੂੰ ਲੈ ਕੇ ਵਾਪਰ ਰਿਹਾ ਉਸ ਉੱਤੇ ਆਪਣੇ ਵਿਚਾਰ ਰੱਖੇ ਨੇ ਕਿ ਕਾਨੂੰਨ ਕੀ ਕਹਿੰਦਾ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕ ਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।